ਸਤਿ ਸ੍ਰੀ ਅਕਾਲ। ਪਹਿਲੇ ਐਪੀਸੋਡ ਦੇ ਵਿੱਚ ਆਪਾਂ ਗੱਲ ਕਰ ਰਹੇ ਸੀ ਕਿ ਸਮਾਜਿਕ ਸਵਾਸਥ ਤੋਂ ਪਹਿਲਾਂ ਦੋਨਾਂ ਚੀਜ਼ਾਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਇਹ ਦੋ ਪਹਿਲੂ, ਹਾਰਡਵੇਅਰ ਤੇ ਸੌਫਟਵੇਅਰ, ਚੇਤਨਾ ਔਰ ਸਰੀਰ। ਅਗਰ ਚੇਤਨਾ ਸਰੀਰ ਵਿੱਚੋਂ ਚਲੀ ਜਾਏ ਤਾਂ ਸਰੀਰ ਕਿਸੇ ਕੰਮ ਦਾ ਨਹੀਂ। ਸਰੀਰ ਨਹੀਂ ਸੋਚਦਾ। ਅੱਜ ਵੀ ਵਿਗਿਆਨਕਾਂ ਨੇ ਬਹੁਤ ਸਮੇਂ ਤੋਂ ਇਹ ਰਿਸਰਚ ਕੀਤੀ ਕਿ ਸਾਡਾ ਬ੍ਰੇਨ ਸਾਰੀ ਚੀਜ਼ ਨੂੰ ਸੋਚਦਾ ਹੈ। ਵਿਗਿਆਨਕਾਂ ਦੇ ਦੁਆਰਾ ਆਈ ਹੋਈ ਰਿਸਰਚ, ਉਹਨਾਂ ਨੇ ਪੁੱਛਿਆ ਕਿ ਜੋ ਐਕਚੁਅਲੀ ਕੀ ਹੈ, ਸਾਡੇ ਵਿਚਾਰ ਹੈ, ਸਾਡੇ ਜਿਹੜੇ ਪਰਸੈਪਸ਼ਨਸ ਹੈ, ਜਿਹਨੂੰ ਅਸੀਂ ਰਿਸੀਵ ਕਰਦੇ ਹਾਂ, ਉਹ ਚੀਜ਼ ਕੀ ਹੈ, ਕਿ ਉਹ ਕੌਨਸ਼ੀਅਸ ਕੀ ਚੀਜ਼ ਹੈ, ਵਾਟ ਇਜ਼ ਕੌਨਸ਼ੀਅਸਨੈਸ। ਤਾਂ ਸਾਇੰਸਦਾਨਾਂ ਨੇ ਕਿਹਾ ਵੀ ਡੂ ਨਾਟ ਨੋ ਐਨੀਥਿੰਗ ਅਬਾਊਟ ਦ ਕੌਨਸ਼ੀਅਸਨੈਸ। ਅਸੀਂ ਸਰੀਰ ਬਾਰੇ ਸਭ ਕੁਝ ਜਾਣਦੇ ਹਾਂ, ਪਰ ਅਸੀਂ ਕੌਨਸ਼ੀਅਸ ਬਾਰੇ ਅਜੇ ਤੱਕ ਕੋਈ ਇੰਨੀ ਸਟੱਡੀ ਨਹੀਂ ਕੀਤੀ। ਪਰ ਅਸੀਂ ਇਹ ਮੰਨਦੇ ਹਾਂ ਕਿ ਇਹ ਹੋ ਸਕਦਾ ਹੈ ਕਿ ਬ੍ਰੇਨ ਦੇ ਹੀ ਕੁਝ ਹਿੱਸਿਆਂ ਦੀ ਕ੍ਰੀਏਸ਼ਨ ਹੈ ਔਰ ਉੱਥੋਂ ਸਾਡੀ ਪਰਸੈਪਸ਼ਨਸ ਹੁੰਦੀ ਹੈ ਤੇ ਬੰਡਲ ਆਫ ਪਰਸੈਪਸ਼ਨਸ ਹੋ ਸਕਦੇ ਹੈ। ਤਾਂ ਉਹਨਾਂ ਨੇ ਕਿਹਾ ਕਿ ਬਹੁਤ ਸਾਰੀਆਂ ਪਰਸੈਪਸ਼ਨਸ ਅਸੀਂ ਤੱਕ ਕਰੋੜਾਂ ਦੀ ਗਿਣਤੀ ਵਿੱਚ ਪਰਸੀਵ ਕਰਦੇ ਹਾਂ ਐਸੇ ਜਨਮ ਦੇ ਵਿੱਚ ਹੀ। ਤਾਂ ਇੱਕ ਸੈਕਿੰਡ ਦੇ ਵਿੱਚ ਵੀ 4-4, 5-5 ਵਾਰੀ ਪਰਸੀਵ ਕਰਦੇ ਹਾਂ, ਮਤਲਬ ਥਾਟ ਰੇਜ਼ ਕਰਦੇ ਹਾਂ। ਤਾਂ ਕਹਿਣ ਦਾ ਭਾਵ ਇਹ ਹੋਇਆ ਕਿ ਜਿਹੜੀ ਹੈ ਉਹ ਵੀ ਗਲਤ ਹੈ। ਜੇ ਅਸੀਂ ਇਹ ਮੰਨ ਲਈਏ ਕਿ ਅਸੀਂ ਇੱਕ ਸਰੀਰ ਹਾਂ, ਸਾਡੀ ਆਈਡੀ ਅੱਜ ਸਰੀਰ ਦੇ ਉੱਪਰ ਹੈ ਔਰ ਅਸੀਂ ਕਹਿੰਦੇ ਵੀ ਹਾਂ ਆਈਡੀ ਦੇ ਉੱਤੇ ਕਿ ਸਾਡਾ ਜਿਹੜਾ ਹੈ ਉਹ ਇੱਕ ਆਈਡੀ, ਮੈਂ ਫਲਾਨਾ, ਮੇਰਾ ਨਾਮ ਫਲਾਨਾ, ਮੇਰਾ ਪ੍ਰੋਫੈਸ਼ਨ ਫਲਾਨਾ ਔਰ ਮੇਰਾ ਜਿਹੜੇ ਸੰਬੰਧ ਹੈ ਉਹ ਫਲਾਣੇ, ਔਰ ਮੇਰੇ ਪਰਿਵਾਰ ਦਾ ਸੰਬੰਧ, ਮੇਰੇ ਹੋਰ ਸੰਬੰਧ, ਮੇਰੇ ਆਫੀਸ਼ੀਅਲ ਸੰਬੰਧ, ਇਹਨਾਂ ਚੀਜ਼ਾਂ ਨੂੰ ਅਸੀਂ ਸਮਝਦੇ ਹਾਂ। ਪਰ ਇੱਕ ਚੀਜ਼ ਜ਼ਰੂਰ ਹੈ ਕਿ ਅੰਦਰ ਦੇ ਸੰਬੰਧਾਂ ਨੂੰ ਅਸੀਂ ਭੁੱਲ ਚੁੱਕੇ ਹਾਂ। ਜਿਉਂ-ਜਿਉਂ ਅੰਦਰ ਦੇ ਸੰਬੰਧਾਂ ਨੂੰ ਭੁੱਲੇ, ਅੰਦਰ ਦੀ ਚੇਤਨਾ ਨੂੰ ਭੁੱਲੇ, ਇਹ ਚਾਰ ਗੱਲਾਂ ਨੂੰ ਭੁੱਲੇ, ਆਤਮਾ, ਚੇਤਨ, ਕੌਨਸ਼ੀਅਸਨੈਸ, ਅਜ਼ਰ, ਅਮਰ, ਅਵਿਨਾਸ਼ੀ। ਆਪਾਂ ਇਹ ਤਾਂ ਮੰਨਦੇ ਹਾਂ ਨਾ ਕਿ ਆਤਮਾ ਇਮੋਰਟਲ ਹੈ, ਮਰਦੀ ਨਹੀਂ, ਜਨਮਦੀ ਨਹੀਂ, ਔਰ ਸਿਰਫ ਇੱਕ ਸਰੀਰ ਬਦਲੀ ਕਰਕੇ ਦੂਸਰਾ ਲੈਂਦੀ, ਔਰ ਇਹ ਚਾਰ ਸਟੇਜਾਂ ਵਿੱਚ ਜ਼ਰੂਰ ਜਾਂਦੀ ਹੈ। ਇਹ ਸੰਸਾਰ ਦੀਆਂ ਵੀ ਚਾਰ ਅਵਸਥਾ ਹਨ, ਗੋਲਡਨ, ਸਿਲਵਰ, ਕਾਪਰ ਐਂਡ ਆਇਰਨ, ਜਿਹਨੂੰ ਆਪਾਂ ਦੂਜੇ ਸ਼ਬਦਾਂ ਵਿੱਚ ਇਹ ਮੰਨ ਲਈਏ ਸਤੋ ਪ੍ਰਧਾਨ, ਸਤੋ ਸਮਾਨ, ਔਰ ਉਸ ਤੋਂ ਮਗਰੋਂ ਮੰਨ ਲਈਏ ਰਜੋ ਪ੍ਰਧਾਨ, ਔਰ ਲਾਸਟ ਵਿੱਚ ਆ ਗਏ ਤਮੋ ਪ੍ਰਧਾਨ। ਤਮੋ ਪ੍ਰਧਾਨ ਤਾਂ ਕੀ ਚੀਜ਼ ਹੈ? ਬਾਡੀ ਕੌਨਸ਼ੀਅਸਨੈਸ ਦੇ ਅਭਿਮਾਨ, ਇਹ ਪੰਜ ਚੀਜ਼ਾਂ ਦਾ ਇੰਟਰੋਡਿਊਸ ਹੋ ਜਾਣਾ, ਇਹ ਕੋਈ ਆਦਿ ਵਿੱਚ ਨਹੀਂ ਸੀ। ਅਗਰ ਆਦਿ ਵਿੱਚ ਇਹ ਹੁੰਦੀਆਂ, ਕਿਹਾ ਵੀ ਗਿਆ ਨਾ ਗੁਰਬਾਣੀ ਵਿੱਚ, ਆਦ ਸੱਚ ਜੁਗਾਦ ਸੱਚ, ਹੈ ਵੀ ਸੱਚ, ਹੁਸੀ ਵੀ ਸੱਚ। ਸਾਡੇ ਘਰਾਂ ਦੇ ਵਿੱਚ ਸਾਡੇ ਦੇਵੀ ਦੇਵਤਿਆਂ ਦੀ ਫੋਟੋ ਲੱਗੀ ਹੈ, ਆਪਾਂ ਜਾਣਦੇ ਹਾਂ, ਉਹਨਾਂ ਦੇ ਨਾਂ ਵੀ ਜਾਣਦੇ, ਔਰ ਆਪਾਂ ਇੱਕ ਸਾਰੇ ਦੇਵੀ ਦੇਵਤਿਆਂ ਦੇ ਉੱਪਰ, ਧਰਮ ਗੁਰੂਆਂ ਦੇ ਉੱਪਰ ਆਪਾਂ ਇੱਕ ਲਾਈਟ ਦੇਖਦੇ। ਚਰਚ ਵਿੱਚ ਵੀ ਤੁਸੀਂ ਚਲੇ ਜਾਓ, ਉੱਥੇ ਇੱਕ ਮੋਮਬੱਤੀ ਜਲਦੀ। ਗੋਡ ਇਜ਼ ਲਾਈਟ। ਕ੍ਰਾਈਸਟ ਨੇ ਵੀ ਕਿਹਾ, ਆਮ ਦ ਸਨ ਆਫ ਗੋਡ, ਮੈਂ ਉਸ ਦਾ ਪੁੱਤਰ ਹਾਂ। ਆਪਾਂ ਸਾਰੇ ਉਸ ਦੇ ਬੱਚੇ ਹਾਂ। ਤੇ ਇਸ ਵਾਸਤੇ ਇਹ ਚੀਜ਼ ਹੈ, ਇਹ ਉਸ ਸ਼ਕਤੀਆਂ ਨੂੰ ਵੀ ਸਮਝਣਾ ਜ਼ਰੂਰੀ ਹੈ ਜਿਹਨੂੰ ਅਸੀਂ ਪ੍ਰੀ ਹਿਸਟੋਰਿਕ ਈਰਾ ਕਹਿੰਦੇ ਹਾਂ। ਕਿ ਹਿਸਟਰੀ ਜੋ ਸਾਡੇ ਪਾਸ ਹੈ, ਅੱਜ ਵਿਸ਼ਵ ਦੇ ਅੰਦਰ ਜੋ ਹਿਸਟਰੀ ਹੈ ਔਰ ਜੋ ਜਿਓਗ੍ਰਾਫੀ ਹੈ, ਹਿਸਟਰੀ ਐਂਡ ਜਿਓਗ੍ਰਾਫੀ, ਉਹਨੂੰ ਵਾਸਤਵ ਦੇ ਵਿੱਚ
ਉਸ ਦੀ ਸੱਚਾਈ ਕੌਣ ਖੋਲ ਸਕਦਾ ਹੈ? ਕੀ ਕੋਈ ਇਨਸਾਨ, ਸਰੀਰਧਾਰੀ, ਮਹਾਨ ਆਤਮਾ, ਪੁਨ ਆਤਮਾ ਜਾਂ ਕੋਈ ਵੀ ਆਤਮਾ ਇਸ ਦੁਨੀਆ ਦੇ ਹਿਸਟਰੀ ਔਰ ਜੀਓਗ੍ਰਾਫੀ ਇਹ ਨੂੰ ਨਹੀਂ ਖੋਲ ਸਕਦਾ, ਔਰ ਇਹਨੂੰ ਇਹਦਾ ਮਾਲਕ ਹੀ ਖੋਲ ਸਕਦਾ ਹੈ। ਆਪਾਂ ਕਹਿੰਦੇ ਹਾਂ ਮਾਲਕ ਸਭ ਕਾ ਏਕ ਹੈ। ਫਿਰ ਬਟਾ ਹੁਆ ਸੰਸਾਰ ਕਿਉਂ? ਫਿਰ ਆਪਾਂ ਵੰਡੀਆਂ ਕਿਉਂ ਪਾ ਲਈਆਂ? ਇਹ ਆਪਣਾ ਇਨਸਾਨ ਨੇ ਵੰਡਿਆ, ਪਰਮਾਤਮਾ ਨੇ ਨਹੀਂ ਵੰਡਿਆ। ਉਹਨੇ ਇੱਕੋ ਹੀ, ਉਹ ਕਹਿੰਦੇ ਆ ਨਾ, ਅਵਲ ਅੱਲਾ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇਹਨੂੰ ਅਸੀਂ ਵਿਗਿਆਨ ਦੇ ਰੂਪ ਵਿੱਚ ਵੀ ਦੇਖਿਆ। ਇੱਕ ਪ੍ਰਸਿੱਧ ਡਾਕਟਰ ਵਜੋਂ ਮਾਹਰ ਸਨ ਸਰੀਰਕ ਬਿਮਾਰੀਆਂ ਦੇ ਵੀ, ਪਰ ਉਹ ਅਧਿਆਤਮਿਕਤਾ ਵਿੱਚ ਬਹੁਤ ਵੱਡੀ ਰੁਚੀ ਰੱਖਦੇ ਸਨ। ਉਹਨਾਂ ਨੇ ਜਿੰਨੀਆਂ ਵੀ ਪੁਸਤਕਾਂ ਲਿਖੀਆਂ, ਉਹਦੇ ਉੱਤੇ ਉਹਨਾਂ ਨੇ ਚੇਤਨਾ ਦੇ ਉੱਤੇ ਬਹੁਤ ਗਹਿਰਾ ਪ੍ਰਕਾਸ਼ ਪਾਇਆ। ਉਹਨਾਂ ਨੇ ਇਹ ਵੀ ਕਿਹਾ ਕਿ ਆਦਮੀ ਦੀ ਸਿਹਤ ਜੋ ਹੈ, ਉਹ ਆਦਮੀ ਦੀ ਸਿਹਤ ਸਭ ਤੋਂ ਪਹਿਲਾਂ ਅੰਦਰ ਦੀ ਸਿਹਤ ਠੀਕ ਹੋਣੀ ਚਾਹੀਦੀ। ਬਿਮਾਰੀ ਸਰੀਰ 'ਚ ਨਹੀਂ ਸੀ। ਆਦਿ ਦੇ ਵਿੱਚ ਕੋਈ ਡਾਕਟਰ ਨਹੀਂ ਸੀ। ਉਸ ਟਾਈਮ ਦੇ ਉੱਤੇ ਆਤਮਾ ਦੇ ਅੰਦਰ ਸਤੋ ਪ੍ਰਧਾਨ ਦੀਆਂ 7 ਸ਼ਕਤੀਆਂ ਅੰਦਰ ਸੀ। ਪਰ ਜਿਉਂ-ਜਿਉਂ ਥੱਲੇ ਉਤਰਦੇ ਆਏ, ਇਹ ਯਾਤਰਾ ਚੱਲਦੀ ਗਈ, ਤਾਂ ਉਸ ਦੇ ਵਿੱਚ ਇਹ 5 ਚੀਜ਼ਾਂ ਨੇ ਪ੍ਰਵੇਸ਼ ਕਰ ਲਿਆ। ਕਿਹੜੀਆਂ 5 ਚੀਜ਼ਾਂ? ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਈਗੋ। ਹੁਣ ਦੇਖੀਏ, ਇੱਕ ਚੀਜ਼ ਹੈ ਕਿ ਜਿਹੜਾ ਸਰੀਰ ਹੈ, ਸਭ ਤੋਂ ਪਹਿਲਾਂ ਤਾਂ ਵੱਡੀ ਬਿਮਾਰੀ ਇਹ ਆਈ ਕਿ ਦੇਹ ਅਭਿਮਾਨ ਆ ਗਿਆ, ਬੋਡੀ ਕੌਨਸ਼ੀਅਸ ਆ ਗਈ। ਆਦਿ ਦੇ ਵਿੱਚ ਮਨ ਦੇ ਵਿੱਚ ਚੇਤਨਾ ਸੀ ਕਿ ਮੈਂ ਇੱਕ ਸ਼ਕਤੀ ਹਾਂ ਔਰ ਮੈਂ ਇੱਕ ਚੇਤਨਾ ਹਾਂ। ਇਹ ਸਰੀਰ ਮੇਰਾ ਇੱਕ ਇੰਸਟਰੂਮੈਂਟ ਹੈ ਜਿਸ ਦੁਆਰਾ ਮੈਂ ਕਰਮ ਕਰਦਾ। ਇਸ ਵਾਸਤੇ ਆਪਾਂ ਇਹਨੂੰ ਕਰਮ ਇੰਦਰੀਆਂ ਕਹਿੰਦੇ। ਜੋ ਕਰਮ ਇੰਦਰੀਆ ਜੀਤ ਬਣ ਜਾਵੇ, ਜਿਹੜਾ ਕਰਮ ਇੰਦਰੀਆ ਨੂੰ ਜਿੱਤ ਲਵੇ, ਅੱਖਾਂ ਨੂੰ ਸ਼ੁੱਧ ਕਰ ਲਵੇ, ਕੰਨਾਂ ਨਾਲ ਗੁਰ ਦੀ ਬਾਣੀ ਸੁਣੇ, ਤੇ ਉਹ ਉਹਦੇ ਸਰੀਰ ਦੇ ਅੰਦਰ ਪਵਿੱਤਰਤਾ, ਸੁਖ, ਸ਼ਾਂਤੀ ਅਤੇ ਪਾਵਰ ਆਉਣੀ ਸ਼ੁਰੂ ਹੋ ਜਾਂਦੀ। ਮੇਰਾ ਰਾਜਯੋਗ ਤੋਂ ਅਰਥ ਇਹੀ ਕਹਿਣ ਦਾ ਹੈ ਕਿ ਉਹ ਇਹ ਸ਼ਕਤੀ ਇਹਨਾਂ 5 ਤੱਤਵਾਂ ਤੋਂ ਪਾਰ ਹੈ, ਜਿੱਥੇ ਸੂਰਜ, ਚੰਦਰਮਾ ਔਰ ਤਾਰੇ ਨਹੀਂ ਪਹੁੰਚ ਸਕਦੇ, ਉਸ ਤੋਂ ਵੀ ਉੱਪਰ ਹੈ। ਉਹਨੂੰ ਅਸੀਂ ਕੀ ਕਹਿੰਦੇ ਹਾਂ? ਉਹਨੂੰ ਅਸੀਂ ਕਾਸਮਿਕ ਰੀਜ਼ਨ ਕਹਿੰਦੇ ਹਾਂ। ਅਸੀਂ ਦੂਸਰੇ ਸ਼ਬਦਾਂ ਵਿੱਚ ਉਹਨੂੰ ਬ੍ਰਹਮ ਲੋਕ ਕਹਿੰਦੇ। ਉਹ ਸਾਡਾ ਘਰ ਹੈ। ਆਪਾਂ ਇੱਥੇ ਰਹਿਣ ਵਸੇਰਾ ਕੁਛ ਦੇਰ ਦਾ ਪਾਰਟ ਵਜਾਉਣ ਵਾਸਤੇ, ਜਿਸ ਤਰ੍ਹਾਂ ਫਿਲਮ ਐਕਟਰ ਆਪਣੀ ਫਿਲਮ ਦੀ ਸ਼ੂਟਿੰਗ ਕਰਨ ਵਾਸਤੇ ਬਾਹਰ ਚਲੇ ਜਾਂਦੇ ਹਨ, ਉਹ ਆਪਣਾ ਰੂਪ ਟੈਂਪਰੇਰੀ ਬਦਲੀ ਕਰ ਲੈਂਦੇ ਹਨ, ਪਰ ਉਹ ਆਪਣੇ ਅਸਲੀ ਰੂਪ ਨੂੰ ਨਹੀਂ ਭੁੱਲਦੇ। ਔਰ ਇਸ ਤਰ੍ਹਾਂ ਹੀ ਅਸੀਂ ਆਪਣੇ ਅਸਲੀ ਰੂਪ ਨੂੰ ਭੁੱਲ ਚੁੱਕੇ ਹਾਂ। ਅਸੀਂ ਇੱਕ ਬਹੁਤ ਪਾਵਰਫੁਲ ਸ਼ਕਤੀ, ਉਹ ਸ਼ਕਤੀ ਦੁਬਾਰਾ ਫਿਰ ਅਸੀਂ ਰਿਵਾਈਵ ਕਰ ਸਕਦੇ ਹਾਂ, ਦੁਬਾਰਾ ਅਸੀਂ ਰੀਚਾਰਜ ਕਰ ਸਕਦੇ ਹਾਂ। ਜੇ ਆਪਾਂ ਉੱਠ ਕੇ ਸਵੇਰੇ ਅੰਮ੍ਰਿਤ ਵੇਲੇ ਅੱਧਾ ਘੰਟਾ ਆਪਣੇ ਚਿੰਤਨ ਨੂੰ ਚੇਂਜ ਕਰ ਦਈਏ। ਚੈਨਲ ਚੇਂਜ ਕਰਨਾ ਤਾਂ ਸੁਖਾਲਾ ਹੈ, ਰਿਮੋਟ ਕੰਟਰੋਲ ਆਪਣੇ ਹੱਥ 'ਚ ਹੁੰਦਾ। ਪਰ ਅੱਜ ਦਾ ਜਦੋਂ ਅਸੀਂ ਕਿਸੇ ਦੇ ਪ੍ਰਤੀ ਈਰਸ਼ਾ, ਦੁਵੇਸ਼, ਨਫ਼ਰਤ ਦੀ ਭਾਵਨਾ ਰੱਖਦੇ ਹਾਂ, ਤਾਂ ਰਿਮੋਟ ਕੰਟਰੋਲ ਆਪਣੇ ਹੱਥ 'ਚ ਨਹੀਂ ਰਹਿੰਦਾ, ਉਹ ਦੂਜੇ ਦੇ ਹੱਥ 'ਚ ਚਲਾ ਜਾਂਦਾ। ਅਸੀਂ ਉਹਦੇ ਬਦਲਾ ਲੈਣ ਦੀ ਭਾਵਨਾ, ਉਹਦਾ ਚਿੰਤਨ ਚੱਲਦਾ ਰਹਿੰਦਾ। ਉਹ ਕਈ ਦਿਨਾਂ ਤੱਕ ਚੱਲਦਾ ਹੈ, ਕਈ ਵਰਸ਼ਾਂ ਤੱਕ ਵੀ ਚੱਲਦਾ ਹੈ।
ਦੁਸ਼ਮਣੀ ਪੈਦਾ ਹੋ ਜਾਂਦੀ। ਪਰ ਵਾਸਤਵ ਵਿੱਚ ਉਹਦਾ ਸਭ ਤੋਂ ਵੱਡਾ ਨੁਕਸਾਨ ਉਸ ਨੂੰ ਹੁੰਦਾ ਹੈ ਜੋ ਇਸ ਚਿੰਤਨ ਵਿੱਚ ਰਹਿੰਦਾ ਹੈ। ਜੇ ਆਪਾਂ ਇਸ ਨੂੰ ਜਲਦੀ ਭੁੱਲ ਜਾਈਏ, ਕਿਉਂਕਿ ਆਪਾਂ ਜਿਸ ਸੰਸਾਰ ਦੇ ਵਿੱਚ ਰਹਿੰਦੇ ਹਾਂ, ਇਹ ਸੰਸਾਰ ਨੈਗੇਟਿਵ ਹੈ। 80% ਬਿਮਾਰੀਆਂ ਆਉਣ ਦਾ ਕਾਰਨ ਵੀ ਇਹੀ ਹੈ ਕਿ ਦੋ ਚੀਜ਼ਾਂ ਤੋਂ ਅਸੀਂ ਦਰਅਸਲ ਦੇ ਵਿੱਚ ਪ੍ਰਭਾਵਿਤ ਹੁੰਦੇ ਹਾਂ। ਇੱਕ ਤਾਂ ਵਾਯੂਮੰਡਲ ਹੈ। ਵਾਯੂਮੰਡਲ ਦੇ ਵਿੱਚ ਵਾਈਬ੍ਰੇਸ਼ਨਸ ਹਨ। ਇਹ ਵਿਗਿਆਨ ਵੀ ਸਮਝ ਚੁੱਕਿਆ ਹੈ ਕਿ ਜੇ ਜਿਹੜਾ ਮੈਟਰ ਨਜ਼ਰ ਆ ਰਿਹਾ ਹੈ, ਔਰ ਉਹ ਕਿਹਾ ਵੀ ਗਿਆ ਹੈ ਕਿ ਮੈਟਰ ਨੂੰ ਕ੍ਰੀਏਟ ਵੀ ਨਹੀਂ ਕੀਤਾ ਜਾ ਸਕਦਾ ਔਰ ਮੈਟਰ ਨੂੰ ਡਿਸਟਰੋਏ ਵੀ ਨਹੀਂ ਕੀਤਾ ਜਾ ਸਕਦਾ। ਉਸ ਦਾ ਕਾਰਨ ਇਟ ਕੈਨ ਚੇਂਜ ਦਾ ਸ਼ੇਪ। ਜੇ ਇੱਕ ਕੋਲੇ ਨੂੰ ਅੱਗ ਦੇ ਉੱਤੇ ਰੱਖ ਦਈਏ ਤਾਂ ਉਹ ਕੋਲਾ ਆਪਾਂ ਨੂੰ એનર્ਜੀ ਦੇ ਕਰਕੇ ਉਸ ਤੋਂ ਮਗਰੋਂ ਉਹਦੀ ਰਾਖ ਬਣ ਜਾਂਦੀ ਹੈ। ਉਹ ਰਾਖ ਪਰਿਵਰਤਨ ਹੋ ਕਰਕੇ ਇਸ ਤਰ੍ਹਾਂ ਹੀ ਸਾਡੇ ਅੰਦਰ ਜੋ ਮੈਟਰ ਨੂੰ ਅਸੀਂ ਦੇਖ ਰਹੇ ਹਾਂ, ਉਹ ਮੈਟਰ ਆਪਣੇ ਰੂਪ ਨੂੰ ਪਰਿਵਰਤਨ ਜ਼ਰੂਰ ਕਰ ਲੈਂਦਾ। ਜਿਸ ਤਰ੍ਹਾਂ ਆਪਾਂ ਕਹਿ ਦਿੰਦੇ ਹਾਂ ਕਿ ਇੱਕ ਸੱਚਾ ਯੁੱਗ ਸੀ, ਫਿਰ ਉਸ ਤੋਂ ਮਗਰੋਂ ਗਿਰਾਵਟ ਆਉਣੀ ਸ਼ੁਰੂ ਹੋਈ। ਤਾਂ ਉਹ ਜਿਹੜੇ ਪੰਜ ਤੱਤ ਸੀ, ਉਹ ਪੰਜ ਤੱਤਾਂ ਨੇ ਹੀ ਅੱਜ ਵਿਅਕਤੀ ਨੂੰ ਜੋ ਆਰਾਮਦਾਇਕ ਲਾਈਫ ਸੀ ਉਸ ਦੇ ਵਿੱਚ ਪਰਿਵਰਤਨ ਲੈ ਆਂਦਾ। ਉਸ ਦਾ ਕਾਰਨ ਇਹ ਹੋਇਆ ਕਿ ਦੇਖੋ, ਪਹਿਲਾਂ ਵਾਲੇ ਫਲ ਨਹੀਂ ਰਹੇ, ਪਹਿਲਾਂ ਵਾਲਾ ਦੁੱਧ ਨਹੀਂ ਰਿਹਾ, ਪਹਿਲਾਂ ਵਾਲੀ ਧਰਤੀ ਨਹੀਂ ਰਹੀ ਮਿੱਠਾ ਅਨਾਜ ਦੇਣ ਵਾਲੀ, ਪਹਿਲਾਂ ਵਾਲੇ ਗਾਏ ਮੱਝਾਂ ਨਹੀਂ ਰਹੀਆਂ, ਉਹਨਾਂ ਨੂੰ ਵੀ ਟੀਕੇ ਲਗਾ ਕਰਕੇ ਉਹਨਾਂ ਵਿੱਚ ਵੀ ਜ਼ਹਿਰ ਭਰ ਦਿੱਤੀ। ਉਹੀ ਦੁੱਧ ਅਸੀਂ ਲੈਂਦੇ ਹਾਂ। ਕਿਉਂ ਗਿਰਾਵਟ ਆਈ? ਕਿਉਂਕਿ ਉਹ ਕਿਹਾ ਗਿਆ ਹੈ, ਕਈ ਗੱਲਾਂ ਗੁਰਬਾਣੀ ਦੀਆਂ ਯਾਦ ਆ ਜਾਂਦੀਆਂ ਨੇ ਕਿ ਪਰਮੇਸ਼ਵਰ ਨੂੰ ਭੁੱਲਿਆ ਹੋਇਆ ਆਪਣ ਸਭੇ ਰੋਗ, ਕਿ ਉਹ ਇਸੇ ਨੂੰ ਹੀ ਅਸੀਂ ਰਾਜ ਯੋਗ ਕਹਿੰਦੇ ਹਾਂ। ਰਾਜ ਯੋਗ ਕੋਈ ਬਹੁਤ ਵੱਡੀ ਕਿਰਿਆ ਨਹੀਂ ਹੈ। ਇਸ ਵਾਸਤੇ ਰਾਜ ਯੋਗ ਇੱਕ ਇੰਨੇ ਹੀ ਕਿਰਿਆ ਹੈ ਕਿ ਆਪਣੇ ਮਨ ਨੂੰ ਉਸ ਈਸ਼ਵਰ ਪਿਤਾ ਪਰਮਾਤਮਾ ਜੋਤੀ ਸਰੂਪ, ਲਾਈਟ ਸਰੂਪ ਦੇ ਨਾਲ ਜੋੜਨਾ ਹੈ। ਪਰ ਉਸ ਨੂੰ ਜੋੜਨ 'ਚ ਮਿਹਨਤ ਇਸ ਵਾਸਤੇ ਆਉਂਦੀ ਹੈ ਕਿਉਂਕਿ ਆਪਣੀ ਬੈਟਰੀ ਫੁੱਲ ਨਹੀਂ ਹੈ। ਜਦੋਂ ਆਤਮਾ ਦੀ ਬੈਟਰੀ ਫੁੱਲ ਹੋ ਜਾਂਦੀ ਹੈ ਔਰ ਤਾਂ ਫਿਰ ਮਨ ਉਸ ਦੇ ਕੰਟਰੋਲ 'ਚ ਆ ਜਾਂਦਾ ਹੈ ਔਰ ਬੁੱਧੀ ਵੀ ਉਹਦਾ ਸਾਥ ਦਿੰਦੀ ਹੈ, ਤਾਂ ਸਾਡੇ ਵਿਚਾਰ ਸਾਤਵਿਕ ਹੋਣੇ ਸ਼ੁਰੂ ਹੋ ਜਾਂਦੇ ਹਨ। ਔਰ ਵਿਚਾਰ ਅਗਰ ਸਾਤਵਿਕ ਹੋ ਜਾਣ ਤਾਂ ਸ਼ਕਤੀਆਂ ਭਰ ਜਾਂਦੀਆਂ ਹਨ ਤੇ ਆਤਮਾ ਦੀ ਬੈਟਰੀ ਫੁੱਲ ਹੋ ਜਾਂਦੀ ਹੈ ਤੇ ਅਸੀਂ ਨਿਰੋਗੀ ਕਾਇਆ ਮਹਿਸੂਸ ਕਰਦੇ ਹਾਂ। ਇਸ ਦੇ ਸਾਥ ਅੱਜ ਦਾ ਐਪੀਸੋਡ ਤੇ ਵਿਰਾਮ ਦਿੰਦਾ ਹੋਇਆ ਫਿਰ ਆਪਾਂ ਸਮਾਜਿਕ ਸਵਾਰਥ ਉੱਤੇ ਫਿਰ ਵੀ ਗੱਲ ਕਰਾਂਗੇ। ਸਤਿ ਸ੍ਰੀ ਅਕਾਲ।